ਸ਼ਲੋਕ ਯਾਰ ਮੀਤ ਸੁਣ ਸਾਜਨੋ, ਬਿਨ ਹਰ ਛੂਟਨ ਨਾਹੀਂ। ਨਾਨਕ ਤੇ ਬੰਧਨ ਕੱਟੇ, ਗੁਰ ਕੀ ਚਰਣੀ ਪਾਹੇ। ਪਵੜੀ ਅਈਆ ਜਤਨ ਕਰਤ ਬਹੁ ਵਿਧਿਆ, ਏਕ ਨਾਮ ਬਿਨ ਕਹਿ ਲਉ ਸਿਧਿਆ। ਯਾਹੂ ਜਤਨ ਕਰ ਹੋਤ ਛੁਟਾਰਾ, ਵਾਹੂ ਜਤਨ ਸਾਧ ਸੰਘਾਰਾ। ਯਾ ਉਭਰਨ ਧਾਰੈ ਸਭ ਕੋ, ਵਾਹੈ ਜਪੇ ਬਿਨ ਉਭਰ ਨ ਹੋਊ। ਯਾਹੂ ਤਰਨ ਤਾਰਨ ਸਮਰੱਥਾ, ਰਾਖ ਲੇਹੁ ਨਿਰਗੁਣ ਨਰ ਨਾਥਾ। ਮਨ ਵਚ ਕਰਮ ਜਹ ਆਪ ਜਨਾਈ, ਨਾਨਕ ਤਹਿ ਮਤ ਪ੍ਰਗਟੀ ਆਈ। ਮਨ ਵਚ ਕਰਮ ਜਹ ਆਪ ਜਨਾਈ, ਨਾਨਕ ਤਹਿ ਮਤ ਪ੍ਰਗਟੀ ਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ। ਕੱਲ੍ਹ ਅਸੀਂ ਸ਼ਲੋਕ ਵਿਚਾਰਨਾ ਕੀਤਾ ਸੀ, ਯਾਰ ਮੀਤ ਸੁਣ ਸਾਜਨੋ, ਬਿਨ ਹਰ ਛੂਟਨ ਨਾਹੀਂ। ਨਾਨਕ ਤਹਿ ਬੰਧਨ ਕੱਟੇ, ਗੁਰ ਕੀ ਚਰਣੀ ਪਾਹੇ। ਗੁਰੂ ਪਾਤਸ਼ਾਹ ਜੀ ਕਹਿੰਦੇ, ਇਹ ਮੇਰੇ ਸੱਜਣ, ਮੇਰੇ ਮਿੱਤਰ, ਮੇਰੇ ਯਾਰ, ਮੇਰੇ ਪਿਆਰੇ, ਵੀ ਇਹ ਗੱਲ ਤੂੰ ਆਪਣੇ ਜ਼ਿਹਨ ਦੇ ਵਿੱਚ ਬਿਠਾ ਲੈ ਕਿ ਬਿਨਾਂ ਹਰੀ ਤੋਂ ਜਿਹੜੇ ਬੰਧਨ ਨੇ ਉਹ ਛੁੱਟ ਨਹੀਂ ਸਕਦੇ। ਬਿਨ ਹਰ ਛੁੱਟਣ ਨਾ ਹੈ, ਛੁੱਟ ਨਹੀਂ ਸਕਦੇ। ਤੇ ਫਿਰ ਕਿਵੇਂ? ਕਹਿੰਦੇ ਨਾਨਕ ਤੇ ਬੰਧਨ ਕੱਟੇ। ਤੇ ਦਾ ਮਤਲਬ, ਤੇ ਦਾ ਮਤਲਬ, ਵਾਹੂ ਦਾ ਮਤਲਬ, ਊਆ ਦਾ ਮਤਲਬ, ਕਈ ਜਗ੍ਹਾ ਤੇ ਉਹ ਹੀ ਆਉਂਦਾ ਹੈ ਉਹਨਾਂ ਦੇ। ਤੇ ਗੁਰੂ ਪਾਤਸ਼ਾਹ ਕਹਿੰਦੇ ਤਹਿ ਦਾ ਮਤਲਬ ਨਾਨਕ ਤਹਿ ਮਤਲਬ ਉਹਨਾਂ ਦੇ ਬੰਧਨ ਕੱਟੇ ਗਏ। ਕਿਹਨਾਂ ਦੇ? ਗੁਰ ਕੀ ਚਰਣੀ ਪਾਹੇ। ਜਿਨ੍ਹਾਂ ਨੇ ਆਪਣੇ ਆਪੇ ਨੂੰ ਗੁਰੂ ਦੇ ਅਰਪਣ ਕਰ ਦਿੱਤਾ, ਉਹਨਾਂ ਦੇ ਗੁਰੂ ਪਾਤਸ਼ਾਹ ਕਹਿੰਦੇ ਬੰਧਨ ਕੱਟੇ ਗਏ। ਮਤਲਬ ਬੰਧਨ ਦੀ ਅਸੀਂ ਰਾਤ ਕਾਫੀ ਲੰਮੇਰੀ ਵਾਰਤਾ ਕੀਤੀ ਸੀ, ਇਹਦੇ 'ਤੇ ਜ਼ਿਆਦਾ ਵਕਤ ਨਹੀਂ ਲਾਵਾਂਗੇ। ਸਿਰਫ ਇੰਨੇ ਸਮਝਣਾ ਵੀ ਗੁਰੂ ਤੋਂ ਬਿਨਾਂ ਬੰਧਨਾਂ ਦੀ ਖੁਲਾਸੀ ਨਹੀਂ ਹੋ ਸਕਦੀ, ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦੇ। ਬੰਧਨ ਜਿਹੜੇ ਸਾਡੇ ਅੰਦਰ ਨੇ, ਗੁਰੂ ਬਾਬਾ ਜੀ ਕਹਿੰਦੇ ਸਤਿਗੁਰ ਸਿੱਖ ਕੇ ਬੰਧਨ ਕਾਟੇ। ਕਿਵੇਂ ਕੱਟਦਾ ਹੈ? ਸਤਿਗੁਰੂ ਸਾਨੂੰ ਗਿਆਨ ਦਿੰਦਾ ਹੈ। ਗਿਆਨ ਕੀ ਹੈ? ਗਿਆਨ ਕੋਈ ਅਕਲ ਦਾ ਭੰਡਾਰ ਨਹੀਂ ਹੈ। ਗਿਆਨ ਉਹ ਉਪਦੇਸ਼ ਹੈ ਜਿਹੜਾ ਬੰਦੇ ਨੂੰ ਜੀਵਨ ਦੀ ਦਾਚ ਦੱਸਦਾ ਹੈ। ਆਪਣੀ ਬੁੱਧੀ ਦਾ ਪ੍ਰਦਰਸ਼ਨ ਨਹੀਂ ਹੈ, ਆਪਣੀਆਂ ਅਕਲਾਂ ਦੇ ਭੰਡਾਰ ਨਹੀਂ ਹੈ। ਗੁਰੂ ਸਾਨੂੰ ਜੀਵਨ ਜਾਚ ਦੱਸਦਾ ਹੈ। ਜਿਹੜਾ ਬੰਦੇ ਦੀ ਅਕਲ ਦਾ ਵਿਸਥਾਰ ਹੈ ਨਾ, ਬਾਬਾ ਮਾਫੀ ਮੰਗਾਂਗਾ, ਗੁਰੂ ਪਾਤਸ਼ਾਹ ਕਹਿੰਦੇ ਇਹ ਹਉਮੈ ਦਾ ਹੀ ਵਿਸਥਾਰ ਹੈ। ਜੇ
ਇੱਕ ਜਗ੍ਹਾ 'ਤੇ ਅਸੀਂ ਕਈ ਵਾਰੀ ਇਸ ਨੂੰ ਵਿਚਾਰ ਚੁੱਕੇ ਵੀ ਜਿੰਨੀਆਂ ਮਰਜ਼ੀ ਸਿਆਣਪਾਂ ਆਦਮੀ ਕਹਿ ਸੀ, ਉਕਤ ਸਿਆਣਪ ਕਿਛ ਨਹੀਂ। ਉੱਥੇ ਸਿਆਣਪ ਨਹੀਂ ਚੱਲਦੀ। ਜੇ ਬੰਦਾ ਆਪਣੀ ਸਿਆਣਪ ਦਾ ਪ੍ਰਦਰਸ਼ਨ ਕਰਦਾ ਵੀ ਹੈ, ਗੁਰੂ ਮਹਾਰਾਜ ਕਹਿੰਦੇ ਉਹ ਬੰਦਾ ਮੂਰਖ ਹੈ, ਕਿਉਂਕਿ ਮੂੜ ਹੈ। ਕਿਉਂ? ਅਸੀਂ ਪੜ੍ਹ ਰਹੇ ਸੀ ਵੀ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜ੍ਹੀ ਰਾਮ। ਆਪਣੀ ਮਤ ਦਾ ਜਿਹੜਾ ਪ੍ਰਦਰਸ਼ਨ ਹੈ, ਆਪਣੀ ਨੌਲੇਜ ਦਾ ਜਿਹੜਾ ਪ੍ਰਦਰਸ਼ਨ ਹੈ, ਬੰਦਾ ਇੰਝ ਕਰਦਾ ਹੈ, ਉਹ ਕਹਿੰਦਾ ਵੀ ਨਹੀਂ ਬਸ ਮੈਂ ਹੀ ਹਾਂ ਜੋ ਕੁਝ ਹੈ। ਜਦੋਂ ਕਿਸੇ ਕਿਤੇ ਜਦੋਂ ਰੱਬੀ ਨਿਜ਼ਾਮ ਦੀ ਨਜ਼ਰ 'ਚ ਆਉਂਦਾ, ਫਿਰ ਉਹਨੂੰ ਪੂਰਾ ਆਪਦੇ ਆਪ ਤੋਂ ਨਿਮਾਣਾ ਲੱਗਦਾ ਹੈ। ਗੁਰੂ ਸਾਨੂੰ ਗਿਆਨ ਕੀ ਦਿੰਦੇ ਨੇ? ਨਿਮਾਣਾ ਹੋਣ ਲਈ ਕਹਿੰਦੇ ਨੇ, ਝੁਕਣ ਲਈ ਕਹਿੰਦੇ ਨੇ, ਆਪਦੇ ਆਪ ਨੂੰ ਇਸ ਸੰਸਾਰ ਦੇ ਵਿੱਚ ਵਿਚਰਨ ਦੇ ਲਈ ਇੱਕ ਉਸ ਤਲ 'ਤੇ ਲੈ ਕੇ ਆਵੇ ਜਿਹਦੇ ਵਿੱਚ ਈਗੋ ਨਹੀਂ ਹੋਵੇ। ਮਾਫੀ ਚਾਹਾਂਗਾ, ਅਸੀਂ ਤਾਂ ਕੋਈ ਗੱਲ ਵੀ ਦੱਸਦੇ ਹਾਂ ਨਾ ਕਿਸੇ ਨੂੰ, ਆਪਣੀ ਗੱਲ ਦੱਸਦੇ ਹੋਈਏ, ਚਾਹੇ ਕੋਈ ਵੀ ਗੱਲ ਦੱਸੀ, ਉਹ ਅਸੀਂ ਇਸ ਕਰਕੇ ਦੱਸਦੇ ਹੁੰਦੇ ਹਾਂ ਵੀ ਦੇਖੋ ਜੀ ਸਾਹਮਣੇ ਵਾਲੇ ਸਮਝੇ ਵੀ ਇਹਨੂੰ ਬੜਾ ਪਤਾ ਹੈ। ਉਹ ਗੱਲ ਦੀ ਜਿਹੜੀ ਨੌਲੇਜ ਹੈ ਉਹ ਤਾਂ ਵੱਖਰੀ ਹੈ ਵੀ ਉਹਨੇ ਦੇਣੀ ਹੈ, ਪਰ ਉਹ ਇਹਦੇ ਮਗਰ ਵੀ ਉਹਦਾ ਇਹ ਪ੍ਰੋਸੈਸ ਹੁੰਦਾ ਵੀ ਲੈ ਵੀ ਇਹਨੂੰ ਬੜਾ ਪਤਾ ਹੈ। ਅਸਲੀਅਤ ਵਿੱਚ ਇਹ ਨਹੀਂ ਹੈ, ਪਤਾ ਹੋਣਾ ਨਹੀਂ ਹੈ, ਆਪਦੇ ਆਪ ਨੂੰ ਜਾਣਨਾ ਹੀ ਹੈ। ਮੈਂ ਕਹਿੰਦਾ ਨਾ, ਲੋਕਾਂ ਨੂੰ ਬੰਦਾ ਦੇਖਦਾ ਵੀ ਲੋਕਾਂ ਨੂੰ ਪੜ੍ਹਦਾ ਹੈ, ਆਪਦੇ ਆਪ ਨੂੰ ਪੜ੍ਹੇ। ਮੈਂ ਕਿੱਥੇ ਖੜਾ, ਮੈਂ ਕੀ ਆਪਦੇ ਬਾਰੇ ਜਾਣਦਾ ਹੈ। ਜੇ ਤੁਸੀਂ ਆਪਦੇ ਬਾਰੇ ਬੰਦਾ ਦੇਖਣ ਲੱਗੇ ਨਾ, ਆਪਦੀ ਮੈਂ ਆਪਦੀ ਹਿਸਟਰੀ ਦੱਸਣੀ ਹੈ, ਬਹੁਤੀਆਂ ਗੱਲਾਂ ਬੰਦਾ ਦੂਜੇ ਨੂੰ ਸ਼ੋਅ ਹੀ ਨਹੀਂ ਹੋਣ ਦਿੰਦਾ ਹੈਗਾ। ਜੇ ਮੈਨੂੰ ਕਹੇ ਵੀ ਆਪਣੀ ਹਿਸਟਰੀ ਸੁਣਾਓ, ਮੈਂ ਉਹ ਜਿਹੇ ਸੁਣਾਵਾਂਗਾ ਜੀ, ਮੈਂ ਬੜਾ ਤਕਲੀਫ 'ਚ ਰਿਹਾ, ਦੁੱਖ ਕੱਟੇ ਨੇ ਜੀ, ਬੜਾ ਸਟਰਗਲ ਕੀਤਾ, ਬੜਾ ਸੰਘਰਸ਼ ਕੀਤਾ, ਇਹ ਜਿਹੀਆਂ ਗੱਲਾਂ ਸੁਣਾਵਾਂਗਾ। ਪਰ ਮੈਂ ਉਹ ਪਰਦੇ ਨਹੀਂ ਫੋਲਾਂਗਾ ਜਿਹੜੇ ਪਰਦੇ ਮੇਰੀ ਹਿਸਟਰੀ ਦੇ ਲੁਕੇ ਪਏ ਨੇ, ਕਿਉਂਕਿ ਮੈਂ ਜਾਣਦਾ ਤਾਂ ਹੈਗਾ। ਉੱਥੇ ਕੀ ਹੁੰਦਾ ਹੈ, ਅਸੀਂ ਚਾਹੁੰਦੇ ਵੀ ਸਾਡੀ ਜਿਹੜੀ ਬਾਹਰਲੀ ਪੂਰੀ ਰੈਪੂਟੇਸ਼ਨ ਜਿਹੜੀ ਇੱਕ ਤਾਂ ਕਹਿ ਸਕਦੇ ਬਣੀ ਹੋਈ ਹੈ ਨਾ, ਉਹ ਇਮੇਜ ਨਾ ਖਰਾਬ ਹੋਏ। ਦੂਜੇ ਤੇ ਅੱਛਾ, ਦੂਜੇ ਨੂੰ ਬੰਦਾ ਕਰੋਧਦਾ ਰਹਿੰਦਾ ਹੈ, ਦੂਜੇ ਨੂੰ ਬੋਲਦਾ ਰਹਿੰਦਾ ਹੈ, ਆਪਦੀਆਂ ਨਹੀਂ। ਜਿਵੇਂ ਕਹਿੰਦੇ ਨੇ ਵੀ ਪੰਜਾਬੀ 'ਚ ਕਹਾਵਤ ਕਹਿੰਦੇ ਨੇ ਵੀ ਲੋਕਾਂ ਦੀਆਂ ਹੱਥ 'ਚ ਅਤੇ ਆਪਣੀਆਂ ਕੱਛ 40 ਗੱਲ ਹੁੰਦੀ ਆ। ਸਮਝਣ ਦਾ ਮਤਲਬ ਕੀ ਹੈ ਵੀ ਉਹ ਸੋਚਦਾ ਵੀ ਮੇਰਾ ਕਿਹੜਾ ਕਿਸੇ ਨੂੰ ਪਤਾ ਲੱਗਦਾ ਹੈ। ਤਾਂ ਇਹ ਸਿਆਣਪ ਵਰਤਦਾ ਉੱਥੇ, ਪਰ ਉਹਨੂੰ ਕੌਣ ਦੱਸੇ? ਜਹ ਪ੍ਰਸਾਦ ਤੇਰੇ ਸਗਲ ਛਿਦਰ ਢਾਕਾ। ਛਿਦਰ ਕੀ ਹੁੰਦੇ ਨੇ? ਛਿਜੇ ਹੋਏ ਪਰਦੇ, ਜਿਹਦੀ ਕਿਰਪਾ ਨਾਲ ਤੇਰੇ ਪਰਦੇ ਕੱਜੇ ਹੋਏ ਨੇ, ਉਹ ਦੇਖਣ ਨਹੀਂ ਦਿੰਦਾ ਕਿਸੇ ਨੂੰ। ਨਿਰਗੁਣ ਲਾਖ ਲਿਆ ਸੰਤਨ ਕਾ ਸਦਕਾ। ਗੁਰੂ ਪਾਤਸ਼ਾਹ ਕਹਿੰਦੇ ਤਾਂ ਸੰਤਾਂ ਦੀ ਕਿਰਪਾ ਦੇ ਨਾਲ ਰੱਖ ਲਿਆ। ਸਤਿਗੁਰੂ ਢੱਕ ਲਿਆ ਮੋਹਿ ਪਾਪੀ ਪੜਦਾ। ਇਹ ਪੜਦਾ ਗੁਰੂ ਕੱਜੀ ਬੈਠਾ। ਜੇ ਸਾਡੇ ਅੱਜ ਬਿਆਨ ਨਹੀਂ ਨਾ ਹੋ ਰਹੇ ਤੇ ਇਹਦਾ ਮਤਲਬ ਇਹ ਹੈ ਵੀ ਗੁਰੂ ਨੇ ਸਾਡੇ ਕੱਜੇ ਹੋਏ ਨੇ। ਮੇਰੇ ਪਰਦੇ ਮੈਨੂੰ ਪਤਾ ਨਹੀਂ ਜਾਂ ਗੁਰੂ ਜਾਣਦਾ। ਜੇ ਕੱਲ੍ਹ ਨੂੰ ਉਜਾਗਰ ਹੋ ਜਾਂਦੇ ਨੇ, ਲੋਕ ਕਹਿਣਗੇ ਆਹ ਇਸ ਤਰ੍ਹਾਂ ਦਾ ਬੰਦਾ ਹੈ। ਉਹ ਅਸੀਂ ਉਸ ਚੀਜ਼ ਦੀ ਗੱਲ ਕਰਦੇ ਨੇ। ਮਹਾਰਾਜ ਕਹਿੰਦਾ ਉਹ ਅਕਲ ਵਰਤਦਾ ਹੈ, ਪਰ ਨਹੀਂ, ਇਹ ਤਾਂ ਗੁਰੂ ਨੂੰ ਕਹਿ ਵੀ ਸੱਚੇ ਪਾਤਸ਼ਾਹ ਜੇ ਪਰਦੇ ਵੀ ਮੇਰੇ ਲੁਕੇ ਹੋਏ ਨੇ ਤਾਂ ਤੇਰੇ ਕਰਕੇ ਨੇ, ਮੇਰੀ ਸਿਆਣਪ ਕਰਕੇ ਨਹੀਂ। ਮੈਂ ਕਿਹੜਾ ਕਿਸੇ ਨੂੰ ਪਤਾ ਲੱਗਣ ਦਿੱਤਾ ਅੱਜ ਤੱਕ। ਅਸਲ ਵਿੱਚ ਉਹ ਬੰਦਾ ਸੋਚਦਾ ਹੀ ਹੈ, ਪਰ ਨਹੀਂ ਭਾਈ, ਇਹ ਗੁਰੂ ਪਰਦਾ ਕੱਜ ਲੈਂਦਾ ਹੈ। ਇਹ ਸਾਡੀ ਉਕਤ ਸਿਆਣਪ ਕਛ ਨਹੀਂ, ਨਾ ਹੀ ਕਛ ਘਾਲ। ਗੁਰੂ ਪਾਤਸ਼ਾਹ ਕਹਿੰਦੇ ਮੇਰੇ ਕੋਲ ਉਕਤ ਕੋਈ ਨਹੀਂ। ਉਕਤ ਕੀ ਹੁੰਦੀ ਹੈ? ਚਤੁਰਾਈ। ਸਿਆਣਪ ਤੇ ਚਤੁਰਾਈ 'ਚ ਵੀ ਫਰਕ ਹੈ। ਬੰਦਾ ਆਪਦੇ ਆਪ ਸਿਆਣਪ ਸਮਝਦਾ। ਇੱਕ ਚਤੁਰਾਈ ਕਰਨੀ। ਚਤੁਰਾਈ ਇਹ ਹੈ ਵੀ ਸਿਆਣਪ ਵੀ ਹੋਵੇ ਤੇ ਦੂਜੇ ਨੂੰ, ਅਗਲੇ ਨੂੰ ਪਤਾ ਹੀ ਨਾ ਲੱਗਣ ਦੇਵੇ ਵੀ ਆਹ ਕੀ ਕਰਦਾ ਮੇਰੇ ਨਾਲ। ਚਤੁਰਾਈ ਵਰਤ ਦੇਣੀ। ਤੇ ਗੁਰੂ ਬਾਬਾ ਜੀ ਕਹਿੰਦੇ ਉਕਤ ਸਿਆਣਪ ਕਛ ਨਹੀਂ। ਗੁਰੂ ਕੋਲੇ ਨਹੀਂ ਇਹ ਚੱਲਦੀਆਂ। ਹਾਂ ਜੇ ਅਸੀਂ ਚਲਾਉਂਦੇ ਵੀ ਹਾਂ, ਅਸੀਂ ਕਹਿੰਦੇ ਗੁਰੂ ਨੂੰ ਕਿਹੜਾ ਪਤਾ ਲੱਗਦਾ ਹੈ। ਸੱਚ ਜਾਣਿਓ, ਗੁਰੂ ਤਾਂ ਘਟ ਘਟ ਕੇ ਅੰਤਰ ਕੀ ਉਹ ਤਾਂ ਜਾਣਦਾ ਹੈ।
फिर जो दुखों का साडा हुंदा सी कहने भी नहीं इवें थोड़ी हुंदा है। फिर कहने नहीं पता नहीं भाई मेरे कोई कीते कर्म ही मूहरे आ गए। सच ही है, पर वो बयान नहीं कर सकता, दूजे नूं दसदा नहीं गा, आपदी सियाणप वरदा। गुरु पातशाह जी खैर आपां इहदे ते कल बड़ी लंमेरी चर्चा की है। तो गुरु पातशाह ने पौड़ी दे विच कल पढ़िया सिपा यईया जतन करत बहु विधिया। ये जतन ही करे ने, ਜਿਹੜੇ जतन ने जतन भी सियाणपां च ही बने ने। बंदा देखो घरां च जां असीं किते भी धार्मिक स्थान ते पूजा की गल करते, पूजा करन दे लोकां दे ढंग बड़े ने। रब खुश हो जाए, वरत रखता है, कोई नेम रखता है, कोई पहरावा पाउंदा है जां कोई खाण पीण दा है। हर एक दा खाण पीण दा वखरा है। किते रब खिल्लां नाल ही खुश है, किते लड्डूआं नाल खुश है, किते बदाणे नाल खुश है, किते देग नाल खुश है। यही है ना, हर चीज़ का है। असरीयत बंदे की अपनी बनाई हुई है, जिथे सोर्स जिहे जे बन गए उन्हें बना ले। ये थोड़ी है। कहण तो भाव की सी, इन्हां चीज़ों के नाल परमेश्वर नूं बंदा सोचदा भी एवें है, पर हुण जिथे सियाणप वरतदा है वो जिहड़ी सियाणप नाल भी रब एवें खुशदा। बाबा जी कहंदे नहीं, ਉਹਦੇ अगे कुछ नहीं है, ਉਹਦੇ अगे तो सारा कुछ अर्पण। तन मन अर्पों पूज चढ़ावों, गुर प्रसाद निरंजन पावों। वो तो तन मन चढ़ता है, बस मन की गल है। तेरा मन पेश कर दे, मन बेच दे, मन गुरु को जाए, फिर तेरी सियाणपा एक पासे ने। उकत सियाणप कछ नहीं, सियाणपा नाल नहीं कहते बहु विद्या ये विध बनाए। कोई कहता नहीं नहीं रब जी मैं पुट्ठा लमकिया खड़ा बड़ा खुश होएगा भी देखो उन्होंने भलिया तेन तो रब ने सीधा करके भेजा, तू पुट्ठा लमकदा है। कोई कहता नहीं मैं जग च बैठ के कहा भी, वो कहते महाराज कहते जैसी अगन उधर मैं तैसी बाहर। आ दूजे दे बोल सहने यही बड़े बड़े तप है। सब तो बड़ा तप यह हुंदा है किसी की मारी हुई बोली सह अंदर जर लवे, ये है तप। इत्थे घर दे कोई कह के देखण, जवाक नूं कह दो तो हथ नहीं, जवाक नहीं लभदा घरे, ऐं पता लगता जी किते होर गड्डी चढ़ गया। क्यों कह के मैं दिता माँ बाप ने। तप नहीं, गुरु बाणी ने सानू ये तप कराया, शब्दां नूं सहन करना, ये तप है अंदरला तप। ये कहता नहीं नहीं बाहर ही करना। ये अबरले बखरे, चाहे वह तीर्थ ते जाण दा सी, नहाउण दा सीगा। बाबा जी कहते बाहर कानूं नहाउणा, तू मन नूं नवा, अंदरले आपे नूं नवा। सुनिया मन्निया मन कीता अंतरगत, अंदरला तीर्थ है। अंतरगत तेरे अंदर जा, गत मतलब जाना, गो अंतर अंदर, अंदर गत, अंदर गति कर, अंदर जा, अंतरगत तीर्थ। उथे ना उथे इशनान कर। तो उत्ते किहने करना सी इशनान? तो तुसीं हुण भी कर रहे हो, बैठे भी इशनान, संगत का इशनान है। इत्थे कपड़े नहीं गिले हुंदे, इत्थे मन भिजदा है, इत्थे मन भिजदा है। पर जी चतराई नाल करे या होर नाल, बाबा कहते ना जी कोई गावे रागी नादी बेदी बहु भांत कर, नहीं हर हर भीजै, भिजदा ही नहीं। जद तक गुरु पातशाह जी इस स्टेज ते सानू कहंदे ने भी जिन्नियां भी बंदे ने विधियां बनाईयां, तरीके बनाए, वो चाहे किसी भी तरह के होण, किसी भी तरह के, ते वो बंदा उन्हां विधियां नाल रब नूं खुश करन दा। कई तुसीं साउथ दे विच देखदे हो बली देण दा बणिया सी, बड़े तरह दीयां बलियां दित्तियां जांदियां सी। कोई लोग अग ते तुरदे ने, चंगे भले अग दे उपर तुर के रब नूं खुश करदे ने। कोई किस तरह करदा, कोई किस तरह करदा, सब विधियां ने। गुरु महाराज कहंदे ये विधियां दी लोड़ नहीं सी। असल च एक नाम बिन कह लाओ सिद्धिया। कित्थे सिद्धि होनी सी गल इन्हां दे विच? कोई सिद्धि किसी गल च भी नहीं होनी। मैं रात कह रहा जिथे समाप्ति की सी कि भाई सिद्धि काहदे नाल है? गुरु के उपदेश नाल, गुरु के नाम नाल सिद्धि उहदे नाल है। सपोज करो जिन्ना चिर ये नाम की है, नाम भी तो यही है। गुरु महाराज कहते जिहड़ा गुरु का उपदेश है वो नाम है। नाम तो ली जा रहा, राम राम तो करी जा रहा, तो बगल च छुरी है, मूँह चो वाहिगुरू वाहिगुरू करी जा रहा, माफ़ी चाह घट तोली जा रहा, मूँह चो वाहिगुरू वाहिगुरू करता है, दूजे दे नाल करप्शन करता है। फिर ये राम राम प्रवान नहीं हैगा, ये भी चलाकी है ना। बंदा सोचता है कि
कि रब नूं किहड़ा पता लगदा है। रब तां लोकां ने ना, बाणी कहंदी है लोगन राम खिलौना। खिलौना मतलब खेडण वाला। जो बच्चे खेडते हैं ना, खेडे फिर उस तो बाद की करते हैं, खेड़ के एक पासे करता। राम खिलौना जाना लोगन, राम खिलौना जाना, राम राम खिलौना जाना लोगन, राम खिलौना जाना। बाबा जी कहते हत्थां ते तिलक लाया, मत्थे ते तिलक, हत्थां च बाणे पाले, पहरावा किसी भी तरह का पाले, पर अंदर नहीं ना बदलिया, अंदर नहीं बदलिया। लोगों ने खिलौना ही समझ लिया, रब नूं किहड़ा पता लगदा। सस्ता ही है, बड़ी चीज़ां ने आ दे दो रब खुश है। असलीयत ये है। जस्टरडे 2-4 दिन पहला किते किसी ने वीडियो पाई सी, किते मंदिर दे विच कोई पूजा करन चली गई बीबी साउथ दे विच शिवरात्रि वाले दिन। थे उन्हों वो कहती भी कुड़ी पढ़ी लिखी बच्ची सी, उन्होंने पुछते है कि तू इत्थे किवें आ गई। वो कहती मैं पूजा करन आई हां, मेरा भी वर्त रखिया है। कहती नो नो, तुसीं आपदे मंदिर च जाओ, जिहड़ा तुहाडा ये तुहाडा मंदिर थोड़ी है। ते रब दा की है, मतलब रब साडा ही है, ये मंदिर साडा। ਉਹ ਰੱਬ ਨੂੰ ਐਵੇਂ ਸਮਝਦੇ ਨੇ ਵੀ ਸਾਡਾ ਇੱਥੇ ਕਾਪੀਰਾਈਟ ਹੈ, ਸਾਡਾ ਇੱਥੇ ਠੇਕਾ ਹੈ। ਇਹ ਕੀ ਹੈ। ਮੈਂ ਪਿੱਛੇ ਜਿਹੇ ਵੀ ਜ਼ਿਕਰ ਕੀਤਾ ਸੀ ਵੀ ਇੱਕ ਨਗਰ ਦੇ ਵਿੱਚ ਕਹਿ ਦਿੱਤਾ ਵੀ ਨਹੀਂ ਨਹੀਂ ਜੀ ਆ ਫਲਾਣੇ ਹੁਣ ਲੋਕਾਂ ਨੂੰ ਅਸੀਂ ਭਾਂਡੇ ਨਹੀਂ ਦੇਣੇ, ਆਹ ਜਿਹੜੀ ਗੁਰਦੁਆਰੇ ਬਣੇ ਇਹਨਾਂ ਦੇਣੇ ਨਹੀਂ ਹੈਗੇ। ਤੇ ਬੰਦੇ ਕਹਿੰਦੇ ਨੇ ਅਸੀਂ ਜੀ ਗੱਲਾਂ ਕਰਦੇ ਹਾਂ ਜੇ ਖਾਲਿਸਤਾਨ ਦੀਆਂ ਜਾਂ ਬੇਗਮਪੁਰੇ ਦੀਆਂ ਜਾਂ ਹੋਰ, ਇਹ ਕੀ ਨੇ, ਕੁਛ ਵੀ ਨਥਿੰਗ। ਰੱਬ ਨੂੰ ਤਾਂ ਖਿਲੌਣਾ ਬਣਾਇਆ ਲੋਕਾਂ ਨੇ। ਮਾਫੀ ਚਾਹਾਂਗਾ ਅੱਜ ਦੀ ਸਟੇਜ 'ਤੇ ਸਾਡੇ ਹਿੰਦੁਸਤਾਨ ਦੀ ਬਹੁਤ ਜਿਹੜੀ ਤਰਾਸਦੀ ਹੈ ਨਾ, ਕਿ ਰੱਬ ਨੂੰ ਤਾਂ ਵਰਤਿਆ ਵੀ ਆ, ਜਿਹੜਾ ਤੁਸੀਂ ਦੇਖ ਰਹੇ ਹੋ ਸਾਡੇ ਰਾਜਨੀਤੀ ਵਾਸਤੇ ਜਾ ਰਿਹਾ ਹੈਗਾ, ਸਭ ਕੁਛ ਹੋ ਰਿਹਾ ਹੈਗਾ। ਇਨਸਾਨੀਅਤ ਨਹੀਂ ਹੈ ਕੋਈ, ਇਨਸਾਨੀਅਤ ਦਾ ਕੋਈ ਗੋਲ ਹੀ ਨਹੀਂ ਹੈਗਾ, ਤਾਂ ਉਹ ਤਾਂ ਗੱਲ ਹੀ ਨਹੀਂ ਹੈਗੀ ਰੱਬ ਵਾਲੀ। ਤਾਂ ਕੁਛ ਇਸ ਤਰ੍ਹਾਂ ਦਾ ਸਿਸਟਮ ਹੈ ਬਸ। ਕਿਤੇ ਲੋਕ ਅੱਜ ਵੈਲ ਐਜੂਕੇਟਡ ਲੋਕ ਨੇ, ਸਮਝੇ ਲੱਗਦੇ, ਫਿਰ ਵੀ ਨਹੀਂ, सब पता है, सब कह रहे हैं, पर वो चीज़ नहीं गई। मैं छोटी जी एग्जाम्पल करदा, गुरु गोबिंद सिंह पातशाह ने 5 ਨੂੰ ਅੰਮ੍ਰਿਤ ਛਕਾਇਆ, ਆਪ ਛਕ ਲਿਆ ਤੇ ਛਕਿਆ ਸੀ ਨਾ। ਉਸ ਤੋਂ ਬਾਅਦ 22 ਧਾਰ ਦੇ ਰਾਜੇ ਨੇ ਕਿਹਾ ਠੀਕ ਹੈ ਅਸੀਂ ਤੁਹਾਡੇ ਨਾਲ ਸੰਧੀ ਕਰਨ ਨੂੰ ਤਿਆਰ ਆ, ਤੁਸੀਂ ਅੰਮ੍ਰਿਤ ਛਕਾਓ ਸਾਨੂੰ, ਅਸੀਂ ਸਿੰਘ ਬਣ ਜਾਂਦੇ ਹਾਂ। ਮਹਾਰਾਜ ਕਹਿੰਦੇ ਛਕ ਲਓ। ਕਹਿੰਦੇ ਪਰ ਇੱਕ ਸਾਡੀ ਸ਼ਰਤ ਹੈ, ਆ ਜਿਹੜੇ ਤੁਸੀਂ ਇਕੱਠੇ ਕੀਤੇ ਨੇ ਨਾ ਆਮ ਲੋਕ ਪਬਲਿਕ, ਜਿਨ੍ਹਾਂ ਨੂੰ ਅਖੌਤੀ ਨੀਵੇਂ ਜਾਤਾਂ ਕਹਿੰਦੇ, ਇਹਨਾਂ ਨੂੰ ਬਾਹਰ ਕੱਢੋ ਪਹਿਲਾਂ, ਤੇ ਤੁਸੀਂ ਇਮੇਜ ਕਰੋ ਵੀ ਗੁਰੂ ਗੋਬਿੰਦ ਸਿੰਘ ਦੇ ਨੋ ਜਾਓ ਤੁਸੀਂ, ਤੁਹਾਨੂੰ ਮੈਂ ਅੰਮ੍ਰਿਤ ਨਹੀਂ ਛਕਾਉਣਾ। ਤੇ ਫਿਰ ਅੱਜ ਇਹੀ ਲੋਕ ਜਿਹੜੇ ਦਾਅਵੇਦਾਰੀਆਂ ਕਰਦੇ ਨੇ, ਉਹ ਕੀ ਕਹਿੰਦੇ ਹੋਣੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਪਤਾ ਹੀ ਨਹੀਂ ਲੱਗਦਾ ਇਸ ਗੱਲ ਦਾ, ਖਿਲੌਣੇ ਹੀ ਸਮਝਦੇ ਆ। ਫਿਰ ਇਹ ਇੱਕ ਪੱਖ ਹੈ, ਲੋਕਾਂ ਨੂੰ ਸਮਝ ਨਹੀਂ ਆਉਂਦੀ। ਉਹ ਥਰਡ ਜਿਹੜੀ ਚੀਜ਼ ਹੈ ਨਾ, ਇਹ ਜਿਹੜਾ ਬ੍ਰੇਨ ਲੋਕਾਂ ਦੇ ਇਸ ਤਰ੍ਹਾਂ ਦੇ ਬਣ ਗਏ ਨੇ, ਇਹਨਾਂ ਨੂੰ ਉਹ ਸਮਝਦੇ ਰੱਬ ਨੂੰ, ਗੁਰੂ ਗੋਬਿੰਦ ਸਿੰਘ ਨੂੰ ਕਿਸੇ ਨੂੰ ਵੀ ਨਹੀਂ ਪਤਾ ਲੱਗਦਾ। ਨਿੱਕੀ ਨਿੱਕੀ ਜਦ ਈਗੋ ਹੈ। ਹੁਣ ਤੁਸੀਂ ਅੱਜ ਦੇ ਲੈਵਲ 'ਤੇ ਦੇਖੋ, ਅਸੀਂ ਰੂਸ ਅਤੇ ਯੂਕਰੇਨ ਦੀ ਰੋਜ਼ ਤਕਰੀਬਨ ਗੱਲ ਕਰਦੇ ਹਾਂ, ਇਹ ਈਗੋ ਖੜੀ ਹੈ। ਉਹ ਕਹਿੰਦੇ ਨਾ, ਤੁਸੀਂ ਛੋਟੇ ਹੁੰਦੇ ਸ਼ਾਇਦ ਮੈਂ ਵੀ ਪੜ੍ਹੀ ਸੀ ਕਹਾਣੀ, ਪੜ੍ਹੀ ਹੋਣੀ, ਕਹਿੰਦੇ ਵੀ 2 ਬਿੱਲੀਆਂ ਸੀਗੀਆਂ, ਉਹ ਕਿਤੇ ਇੱਧਰ ਉੱਧਰ ਫਿਰਦੀਆਂ ਨੂੰ ਉਹਨਾਂ ਨੂੰ ਕੁਝ ਥਿਆ ਗਿਆ, ਖਾਣ ਵਾਲੀ ਰੋਟੀ ਥਿਆ ਗਈ। ਉਹ ਜੋ ਹੀ ਖਾਣ ਲੱਗੀਆਂ, ਉਹ ਕਹਿੰਦੇ ਖਾਣ ਦੋ ਨਹੀਂ ਲੱਗੀਆਂ ਸੀਗੀਆਂ, ਅਤੇ ਉਹ ਕਹਿੰਦੀ ਨਹੀਂ 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 ਇਹ ਤਾਂ ਮੈਨੂੰ ਲੱਭੀ ਹੈ, ਮੈਂ ਖਾਣੀ ਹੈ। ਦੂਜੀ ਕਹੇ ਮੈਨੂੰ, ਉਹ ਆਪਸ ਵਿੱਚ ਲੜ ਪਈਆਂ। ਹਜੇ ਉਹ ਲੜਦੀਆਂ ਸੀ, ਤੀਜਾ ਥੋੜ੍ਹਾ ਜਿਹਾ ਸਿਆਣਪ ਵਾਲਾ ਆ ਗਿਆ ਬਾਂਦਰ, ਉਹ ਕਹਿੰਦਾ ਲੜਦੀ ਕਾਹਤੇ ਹੋ, ਲੈ ਸਾਡੇ ਕੋਲ ਰੋਟੀ ਹੈ, ਕਹਿੰਦੀ ਮੈਂ ਲੱਭੀ ਆ, ਉਹ ਕਹਿੰਦੀ ਮੈਂ ਲੱਭੀ। ਉਹ ਕਹਿੰਦਾ ਨਹੀਂ ਗੱਲ ਹੀ ਰੌਲਾ ਨਾ ਪਾਓ ਤੁਸੀਂ, ਤੁਹਾਡਾ ਫੈਸਲਾ ਮੈਂ ਕਰ ਦਿੰਦਾ, ਲਿਆਓ ਤਕੜੀ ਲਿਆਓ। ਹੁਣ ਕੀ ਕਰਦਾ ਹੈ ਉਹ, ਪਲੜੇ 'ਚ ਪਾਉਂਦਾ, ਹੁਣ ਪਲੜਾ ਤਾਂ ਝੁਕਣਾ ਹੀ ਹੈ ਨਾ। ਉਹ ਤੇਰੇ ਵਾਲਾ ਪਾਸਾ ਵੱਧ ਹੈ, ਮੂੰਹ ਨਾਲ ਤੋੜਦਾ ਹੈ, ਦੂਜੇ ਪਾਸੇ ਪਾ ਦਿੰਦਾ। ਹੁਣ ਉਧਰ ਵੱਧ ਗਈ, ਹੁਣ ਤੇਰੇ ਵਾਲੀ ਰੋਟੀ ਵੱਧ ਹੈ, ਉਧਰੋਂ ਖਾ ਗਿਆ। ਉਹ ਦੇਖਦੀ ਹੈ ਵੀ ਆ ਮੇਰੇ ਵਾਲਾ ਵੱਧ ਹੈ, ਉਹਦਾ ਵੱਧ, ਕਰਦਾ ਕਰਦਾ ਉਹ ਸਾਰੀ ਰੋਟੀ
ਉਹੀ ਖਾ ਗਿਆ, ਉਹ ਦੋ ਹੀ ਲੜਦੀਆਂ ਹੀ ਰਹਿ ਗਈਆਂ। ਇਹੀ ਹੈ ਨਾ, ਜਿਹੜੀ ਪਬਲਿਕ ਆ ਗਈ, ਉਹ ਚਾਹੇ ਯੂਕਰੇਨ ਦੀ ਹੈ ਭਾਵੇਂ ਰੂਸ ਦੀ ਹੈ, ਤੁਸੀਂ ਇਮੇਜ ਕਰੋ ਨਿੱਕੇ ਨਿੱਕੇ ਬੱਚੇ, ਜਿਹੜੇ ਸਾਡੇ ਬੱਚੇ ਉੱਥੇ ਸਟੱਡੀ ਬੇਸ 'ਤੇ ਗਏ ਹੋਏ ਨੇ, ਪੜ੍ਹਨ ਵਾਸਤੇ ਗਏ ਨੇ, ਉਹ ਧਾਹਾਂ ਮਾਰ ਰਹੇ ਨੇ। ਉੱਥੇ ਦੀ ਪਬਲਿਕ ਬੱਚੇ, ਮਤਲਬ ਛੋਟੇ ਛੋਟੇ ਬੱਚੇ ਜਿਹੜੇ ਚੱਕ ਕੇ ਮੇਜ਼, ਬਜ਼ੁਰਗ ਨੇ ਜਿਹਨਾਂ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਹੈਗਾ, ਇੰਨੀ ਉੱਪਰ ਉਦੋਂ ਮਾਈਨਸ ਟੈਂਪਰੇਚਰ ਹੈ, ਉੱਪਰੋਂ ਸਨੋ ਪੈ ਰਹੀ ਹੈ, ਉੱਥੋਂ ਘਰ ਛੱਡ ਕੇ ਆਉਣਾ ਕਿੰਨਾ ਔਖਾ ਲੱਗਦਾ ਹੈ। ਭਰੇ ਭਰਾਏ ਘਰ ਦੇ ਘਰ ਸਿਰਫ ਕੀ ਚੱਕਣ ਨਾਲ ਜਿਹੜੇ ਜ਼ਰੂਰੀ ਡਾਕੂਮੈਂਟ ਨੇ ਉਹ ਚੱਕ, ਈਵਨ ਕੱਪੜਾ ਵੀ ਨਹੀਂ ਚੱਕ ਸਕਦੇ, ਅਤੇ ਉਹ ਲੈ ਕੇ ਜਾ ਰਹੇ ਨੇ। ਅਤੇ ਆਪਾਂ ਤਾਂ ਕਿੱਥੇ, ਬੰਦਾ ਸੋਚਦਾ ਵੀ ਅਸੀਂ ਚੰਗੇ ਵਾਲੇ ਬੈਠੇ, ਇੱਥੇ ਕੀ ਹੋਣਾ ਦੁਨੀਆ ਦਾ। ਅਤੇ ਇਹ ਕੀ ਹੋ ਰਿਹਾ ਸਾਰੇ ਦਾ ਸਾਰਾ, ਕੀ ਲੋੜ ਹੈਗੀ, ਕਿੱਥੇ ਕਬਜ਼ੇ ਕਰਨੇ ਨੇ। ਪਰ ਉਹ ਬਾਂਦਰ ਦੀ ਨਹੀਂ, ਕੋਈ ਉੱਪਰ ਬੈਠਾ ਹੈ ਨਾ ਸਾਰਾ ਦਾ ਸਾਰਾ। ਜੇ ਇੱਥੇ ਲੱਖਾਂ ਦਾ, ਕਰੋੜਾਂ ਦਾ, ਖਰਬਾਂ ਦਾ ਅਸਲਾ ਚੱਲੇਗਾ ਤਾਂ ਤਾਂ ਹੀ ਸਾਡਾ ਵਿਕੇਗਾ। ਇਹ ਕੀ ਆ, ਇਹ ਹੈ, ਇਹੀ ਸਾਡੇ, ਮਾਫੀ ਚਾਹਾਂਗਾ, ਇਹ ਹੈ ਜਿੱਥੇ ਇਹ ਕੁਝ ਹੁੰਦਾ ਨਾ, ਅਸਲੀਅਤ ਆ ਹੈ। ਬੜਾ ਰੌਲਾ ਪਿਆ ਸੀ, ਬੜਾ ਪੈਟਰੋਲ ਘਟਾ ਦਿੱਤਾ, ਕਿੱਥੇ 70 ਰੁਪਈਆਂ ਤੋਂ ਜੀ, ਕਿੱਥੇ 110 ਤੇ ਬਾਗਾ ਘਟਾਤਾ ਜੀ, ਬੜਾ ਵਧੀਆ ਕਰਤਾ। ਆਹ ਦੇਖ ਲਓ, ਸਵੇਰ ਦੇ ਸਾਰੇ ਚਿੰਗਾ ਮਾਰਦੇ ਨੇ। ਕਿਆ ਹੈ, ਕੌਣ ਪੁੱਛਦਾ ਹੈ? ਤੁਸੀਂ ਇਮੇਜ ਕਰੋ ਵੀ ਤੁਸੀਂ 10 ਪੈਸੇ ਵੱਧ, ਕਈ ਵਾਰੀ ਨਾ 10 ਪੈਸੇ ਵਧਾ ਦਿੰਦੇ ਨੇ ਰੇਟ, 10 ਪੈਸੇ, ਉਹ 10 ਪੈਸੇ ਨਾਲ ਖਰਬਾਂ ਰੁਪਈਆਂ ਦੀ ਕਮਾਈ ਹੋ ਜਾਂਦੀ, ਖਰਬਾਂ ਦੀ। ਇਮੇਜ ਕਰੋ ਵੀ ਸਿੱਧਾ ਹੀ 25 ਉੱਪਰ ਹੋ ਗਏ, ਅਤੇ ਮੇਰੇ ਖਿਆਲ 94-95 ਰੁਪਏ ਦੋ ਆ, 30-35 ਰੁਪਏ ਇਕੱਠਾ ਹੀ ਵੱਧ ਗਿਆ। ਕਿੰਨੇ ਖਰਬਾਂ, ਮਤਲਬ ਏਲੀਅਨ ਬਿਲੀਅਨ ਜਿੰਨੇ ਵੀ ਕਹਿ ਸਕਦੇ ਤੁਸੀਂ, ਅੱਜ ਰੁਪਈਆ ਇਕੱਠਾ ਹੋ ਜਾਣਾ ਇੱਕ ਦਿਨ 'ਚ, ਅਤੇ ਸਾਰੇ ਖਤਮ ਕਰ ਦਿੱਤਾ। ਹੂਜ਼ ਕੇਅਰ, ਕਿਹਨੇ ਬਣਾਉਣਾ? ਆਹ ਪਬਲਿਕ ਨੇ, ਜਿਹਨੇ ਵਿਚਾਰੇ ਨੇ ਆਹ 2 ਕਿਲੋਮੀਟਰ 'ਤੇ ਕਿਤੇ ਸਕੂਟਰ ਮੋਟਰਸਾਈਕਲ 'ਤੇ ਜਾ ਕੇ ਆਪਣੀ ਦਿਹਾੜੀ ਕਰਨੀ ਹੈ, ਉਹ ਕਿੱਥੋਂ ਕਰੇਗਾ? ਹੂਜ਼ ਕੇਅਰ, ਜਿਨ੍ਹਾਂ ਦੀਆਂ ਗੱਡੀਆਂ ਫਰੀ ਚੱਲਦੀਆਂ ਸਰਕਾਰ ਦੇ ਖਾਤੇ 'ਤੇ ਚੱਲਦੀਆਂ ਨੇ। ਮਤਲਬ ਕਹਿਣ ਦਾ ਕੀ ਆ, ਇਹ ਕੀ ਆ, ਸਿਆਣਪ ਹੀ ਨੇ। ਰੱਬ ਦੇ ਨਾਮ ਦੀ ਗੱਲ ਕੋਈ ਨਹੀਂ ਹੈਗੀ। ਰੱਬ ਦਾ ਨਾਮ ਕੀ ਹੈ? ਇਨਸਾਨੀਅਤ ਹੈ, ਮਨੁੱਖਤਾ ਹੈ। ਉਹਦੇ ਲਈ ਜਿਉਣਾ ਸੀ, ਉਹਨਾਂ ਲਈ ਅਸੀਂ ਬਣਾਉਣਾ ਸੀ ਇਹਨਾਂ ਨੂੰ। ਜਦ ਕਿ ਇੱਕ ਪਾਸੇ ਬਿਲਕੁਲ ਪਹਿਲਾਂ ਹੁਣ ਦੇ ਇਹੀ ਹੁੰਦਾ ਸੀ ਨਾ ਵੀ ਜੇ ਇੱਥੇ ਬਾਬਰ ਆ ਗਿਆ ਜੀ, ਬਾਬਰ ਨੇ ਕਹਿ ਦਿੱਤਾ ਨਹੀਂ ਸਾਰੇ, ਮੈਂ ਤਾਂ ਮਤਲਬ ਡਿਕਟੇਟਰਸ਼ਿਪ ਹੈ ਸਾਰੀ, ਪਰ ਮਤਲਬ ਆਪਦਾ ਰਾਜ ਸੀ। ਹੁਣ ਲੋਕਾਂ ਨੇ ਨਹੀਂ, ਇਹ ਕੀ ਕਰੋ, ਡੈਮੋਕ੍ਰੇਸੀ ਸਿਸਟਮ ਹੈ, ਲੋਕ ਚੁਣਨ, ਅਤੇ ਲੋਕ ਚੁਣ ਕੇ ਕਿਤੇ ਗਰੁੱਪ ਬਣ ਗਏ, ਗਰੁੱਪਾਂ ਦੇ ਗਰੁੱਪ ਰਾਜ ਕਰ ਰਹੇ ਨੇ। ਇਕੱਠੇ ਹੋ ਜਾਓ, ਹੁਣ 10 ਜਣੇ, ਪਹਿਲਾਂ 1 ਜਣਾ ਕਰਦੇ, ਹੁਣ 20 ਜਣੇ ਕਰ ਲਓ, 50 ਜਣੇ ਕਰ ਲਓ, ਕਿਆ ਹੋ ਰਿਹਾ? ਮਤਲਬ ਜਿਹੜੀ ਪਬਲਿਕ ਹੈ, ਤੁਸੀਂ ਸਮੱਸਿਆ ਗਣ ਕੇ ਦੇਖੋ। ਕਈ ਵਾਰ ਤਾਂ ਬੜਾ ਜੀਅ ਕਰਦਾ ਗਾ ਵੀ ਤੁਸੀਂ ਆਹ ਕੰਮ ਕਰ ਰਹੇ ਹੋ, ਇਸ ਤਰ੍ਹਾਂ ਦਾ ਕੋਈ ਹੋਣਾ ਚਾਹੀਦਾ ਸਿਸਟਮ, ਵੀ ਜਿਹੜਾ ਬੰਦ ਕੰਮ ਤਾਂ ਕੋਈ ਹੋ ਹੀ ਨਹੀਂ ਰਿਹਾ ਗਾ। ਮੈਂ ਤਾਂ ਇਹੀ ਕਹਿੰਦਾ, ਸਾਡੇ ਮੁਲਕ 'ਚ ਤਾਂ ਹਜੇ ਤੱਕ ਨਾਲੀਆਂ ਨਹੀਂ ਬਣੀਆਂ। ਜਿੱਦੇ ਦੇ ਮੈਂ ਆਇਆ, ਮੈਨੂੰ ਨਹੀਂ ਪਤਾ ਵੀ ਆਏ ਸਾਲ 2 ਸਾਲਾਂ ਬਾਅਦ ਪੱਟ ਦਿੰਦੇ ਨੇ। ਆਹੀ ਕੁਛ ਚੱਲਦਾ ਗਾ। ਕਦੋਂ ਇਹਨਾਂ ਕੋਲ, ਮੁਲਕਾਂ ਕੋਲ, ਕਾਹਦੇ ਇਹਨਾਂ ਨੇ ਪਿੱਛੇ ਪਹੁੰਚਣਾ ਹੈ? ਇੱਥੋਂ ਉੱਪਰ ਨਹੀਂ ਹੋ ਸਕੇਗੇ। ਕਿਉਂ ਆਏ ਵਾਲੀ ਫਿਰ ਪਾਪੂਲੇਸ਼ਨ ਵੱਧ ਜਾਂਦੀ, ਫਿਰ ਗੜਬੜ ਹੋ ਜਾਂਦੀ ਉੱਥੇ ਹੁੰਦਾ। ਇਹਦਾ ਰੀਜ਼ਨ ਕੀ ਹੈ? ਇਹਦਾ ਰੀਜ਼ਨ ਹੈ ਵੀ ਈਗੋ ਖੜੀ ਹੈ ਸਭ ਜਗ੍ਹਾ 'ਤੇ। ਨਾਮ ਦੀ ਕੋਈ ਗੱਲ ਨਹੀਂ ਹੈਗੀ। ਜਿਹੜਾ ਨਾਮ ਦਾ ਸਿਸਟਮ ਹੈ, ਉਹ ਗੁਰੂ ਮਹਾਰਾਜ ਕਹਿੰਦੇ ਉਹ ਤਾਂ ਕਿਤੇ ਏਕ ਨਾਮ ਬਿਨ ਕਹਿ ਲਓ ਸਿੱਧੀ ਆ, ਗੱਲ ਸਿੱਧੀ ਨਹੀਂ ਹੋਣੀ। ਸਿੱਧੇ ਦਾ ਮਤਲਬ ਇਹ ਹੈ, ਇਹ ਸੰਸਾਰ 'ਚ ਸੁਖੀ ਨਹੀਂ ਹੋ ਸਕਦਾ ਹੈਗਾ ਸਿਆਣਪਾਂ ਨਾਲ ਨਹੀਂ। ਜਿਹਦੇ ਕੋਲ ਸਿਆਣਪ ਸਮਝਦਾ ਮੈਂ ਹੀ ਹੈ। ਨਹੀਂ, ਇੱਕ ਹੋਰ ਮੈਂ ਛੋਟੀ ਜਿਹੀ ਅੱਜ ਕਰਾਂ, ਅੱਜ ਦਾ ਖਾਸ ਵੂਮਨ ਡੇ ਹੈ ਅੱਜ ਮੇਰੇ ਕੋਲ ਇੰਟਰਨੈਸ਼ਨਲ ਲੈਵਲ 'ਤੇ। ਜਿਵੇਂ ਨਾ ਗੁਰੂ ਪਾਤਸ਼ਾਹ ਤੋਂ ਪਹਿਲਾਂ ਵੀ, ਜੇ ਅੱਜ ਦੇ ਹਾਲਾਤ ਤੁਸੀਂ ਦੇਖੋ, ਅੱਜ ਵੀ ਇਸ ਤਰ੍ਹਾਂ ਦਾ ਹੈ। ਜਿਵੇਂ ਉਹੀ ਗੱਲ ਕਹਿ ਕੇ ਹਟਿਆ ਵੀ ਉੱਥੇ ਬੱਚੀਆਂ ਜਾਂ ਕਈ ਬੱਚੀਆਂ ਗੁੰਮ ਹੋ ਰਹੀਆਂ ਨੇ, ਉਹਨਾਂ ਦੀ ਕੋਈ ਕੇਅਰ ਨਹੀਂ ਹੈਗੀ, ਬਜ਼ੁਰਗ ਨੇ, ਮਾਤਾਵਾਂ ਨੇ, ਅਤੇ ਉਹਨਾਂ ਬਾਰੇ ਕੌਣ ਸੋਚ ਰਿਹਾ? ਕੁਛ ਵੀ ਨਹੀਂ ਹੋ ਰਿਹਾ। ਖੈਰ, ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪਹਿਲਾਂ ਜੇ ਤੁਸੀਂ ਗੱਲ ਕਰੋ ਨਾ, ਤੰਬਾਕੂ ਦੀ ਗੱਲ ਕਰੋ, ਜਿਹੜੀ ਕ੍ਰਾਂਤੀ ਗੁਰੂ ਪਾਤਸ਼ਾਹ ਨੇ ਨਾਮ ਦੇ ਜ਼ਰੀਏ ਸਮਾਜ ਵਿੱਚ ਲਿਆਂਦੀ ਸੀ ਨਾ, ਉਹ ਤਾਂ ਹੈਗੀ ਬਹੁਤ ਚਿਰ ਬਾਅਦ ਜਾ ਕੇ ਖਤਮ ਹੋਈ। ਇਹ ਤਾਂ ਜਦੀ ਖਤਮ ਹੋ ਗਈ ਗੁਰੂ ਸਾਹਿਬ ਤੋਂ ਬਾਅਦ ਵਿੱਚ ਆ ਕੇ ਫਿਰ ਆਉਂਦੀ ਹੈ। ਆ ਜਿਉਂ ਆ ਕੇ ਆਪਾਂ ਸਾਰਾ ਹੁੰਦਾ ਨਾ, ਆਹ ਸਾਡੇ ਨਵਾਂ ਪਹਿਲਾਂ ਕੌਣ ਯਾਦ? ਮੇਰੇ ਖਿਆਲ ਵਿੱਚ ਜੇ ਮੈਂ ਆਪਦੀ ਉਮਰ ਦੇ ਹਿਸਾਬ ਨਾਲ ਕਰਾਂ, 84-85 ਦੇ ਸਿਆਸਤ ਦੇ ਵਿੱਚ, ਮੈਂ ਤਾਂ ਚਿੱਟੇ ਕਾਲੇ ਦੇ ਤਾਂ ਨਾਂ ਹੀ ਨਹੀਂ ਸੁਣਦਾ, ਕਦੇ ਸੁਣਿਆ ਸੀਗਾ? ਜੇ ਕਿਤੇ ਖਾਸ ਕਿਸੇ ਹੁੰਦਾ ਸੀ, ਕਿਤੇ ਕੋਈ ਨਸ਼ਿਆਂ ਦਾ। ਇਹ ਕਿਹਨਾਂ ਨੇ ਕਿਹਾ? ਇਹਨਾਂ ਨੇ ਉਹ ਚੀਜ਼ਾਂ ਲਿਆ ਕੇ ਪਰੋਸੀਆਂ, ਕੀ ਗਾਣੇ ਲਿਆ ਦੇ ਦਿੱਤੇ, ਸ਼ਰਾਬਾਂ ਦੀਆਂ ਗੱਲਾਂ ਹੋਈਆਂ, ਅਫੀਮ ਦੀਆਂ ਗੱਲਾਂ ਹੋਈਆਂ, ਚਿੱਟੇ ਕਾਲੇ ਪੀਲੇ ਨੀਲਿਆਂ ਦੀਆਂ ਸਭ ਦੀਆਂ ਜਿਹੜੀਆਂ ਗੱਲਾਂ ਹੋਈਆਂ। ਹੋਇਆ ਕੀ? ਪਸਾਰਾ ਹੋ ਗਿਆ। ਕੰਨਾਂ 'ਚ ਪਈਆਂ ਗੱਲਾਂ, ਜਿਹਨੂੰ ਨਹੀਂ ਵੀ ਪਤਾ ਵੀ ਚਿੱਟਾ ਕੀ ਹੁੰਦਾ, ਉਹਨੂੰ ਪਤਾ ਲੱਗ ਗਿਆ। ਪਰੋਸਿਆ ਕਿਹਨਾਂ ਨੇ?
ਇਹ ਜਦੋਂ ਗੁਰੂ ਨਾਨਕ ਸਾਹਿਬ ਵੇਲੇ ਗੁਰੂ ਸਾਹਿਬ ਮਹਾਰਾਜ ਆਏ ਸੀ, ਜਿਹੜੇ ਜੋਗੀ ਪਹਾੜਾਂ 'ਤੇ ਬੈਠੇ ਸੀ ਨਾ, ਕਿਤੇ ਤੁਸੀਂ ਬਣਜਾਰਾ ਬੇਦੀ ਨੂੰ ਪੜ੍ਹੋ, ਉਹਨਾਂ ਦੇ ਫੋਕਲੋਰ ਦੇ ਵਿੱਚ ਬੜੇ ਕਈ ਜਗ੍ਹਾ 'ਤੇ ਕਮੈਂਟ ਕੀਤੇ ਨੇ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਆਉਂਦੇ ਨੇ ਨਾ, ਇਹ ਜੋਗੀਆਂ ਨੂੰ ਜਾ ਕੇ ਕਿਹਾ ਤੁਸੀਂ ਇੱਥੇ ਬੈਠੇ ਹੋ, ਤੁਸੀਂ ਇੱਥੇ ਬੈਠੇ ਹੋ, ਥੱਲੇ ਆਓ। ਜੋਗੀ ਉੱਤਰ ਪਹਾੜੋਂ ਆਇਆ ਚਰਖੇ ਦੀ ਹੂਕ ਸੁਣ ਕੇ। ਹੁਣ ਇਹ ਆਮ ਤਾਂ ਗੱਲ ਸਿੱਧੀ ਜੀ ਅਸੀਂ ਗੱਲ ਸੁਣ ਲਿਆ ਜੀ ਗਾਣਾ, ਨਹੀਂ ਨਹੀਂ, ਇਹਦੇ ਮਗਰ ਬਹੁਤ ਵੱਡੀ ਹੈ। ਧਿਆਨ ਦਿਓ, ਜੋਗੀ ਪਹਾੜ ਤੇ ਚਰਖਾ ਕਿੱਥੇ ਚੱਲਦਾ? ਚਰਖਾ ਚਲਾਉਣ ਵਾਸਤੇ ਇੱਕ ਘਰ ਚਾਹੀਦਾ, ਚਰਖਾ ਚਲਾਉਣ ਵਾਸਤੇ ਇੱਕ ਵੋਮਨ ਇਸਤਰੀ ਚਾਹੀਦੀ ਹੈ, ਜਿਹੜੀ ਘਰ 'ਚ ਚਰਖਾ ਕੱਤਦੀ ਸੀ। ਜੇ ਚਰਖਾ ਕੱਤੇ ਤਾਂ ਪੂਣੀ ਬਣੇਗੀ, ਜੇ ਪੂਣੀ ਬਣੇਗੀ ਉਹਦਾ ਕੁਝ ਬਣੇਗਾ। ਤੇ ਚਰਖਾ ਕੱਤਣ ਵਾਸਤੇ ਵਿਹੜਾ ਚਾਹੀਦਾ, ਕੋਈ ਆਸ਼ੀਆਨਾ ਚਾਹੀਦਾ, ਘਰ ਚਾਹੀਦਾ, ਪਰਿਵਾਰ ਚਾਹੀਦਾ ਜਿੱਥੇ ਚਰਖਾ ਕੱਤਣ ਵਾਲਾ, ਕਿਉਂਕਿ ਚਰਖੇ ਦਾ ਸੰਬੰਧ ਹੀ ਇੱਕ ਬੀਬੀ ਨਾਲ ਸੀਗਾ। ਚਰਖੇ ਦੀ ਹੂਕ ਘਰ ਵਿੱਚ ਪੈਂਦੀ ਹੈ। ਤੇ ਜੋਗੀ ਪਹਾੜਾਂ 'ਤੇ ਬੈਠੇ ਨੇ, ਬਾਬੇ ਨਾਨਕ ਨੇ ਉਹ ਤੁਸੀਂ ਇੱਥੇ ਘਰ ਡੱਬਰ ਛੱਡ ਕੇ ਬੈਠੇ ਹੋ, ਜਿਹੜੇ ਮਗਰ ਬਿਲਕਦੇ ਨੇ ਛੱਡ ਕੇ, ਥੋੜ੍ਹਾ ਉਧਾਰ ਕਿੱਥੇ ਹੋਏਗਾ? ਉੱਤਰ ਕੇ ਪਹਾੜਾਂ ਤੋਂ ਆਏ ਥੱਲੇ, ਆਪਣੇ ਟੱਬਰਾਂ 'ਚ ਆਏ, ਪਰਿਵਾਰਾਂ 'ਚ ਆਏ। ਇਹ ਹੋਂਦ ਸੀ। ਸਮਝਿਆ ਲੋਕਾਂ ਨੇ ਵੀ ਹਾਂ ਅਸੀਂ ਕਿੱਧਰ ਕਰਾਏ ਪਏ ਹੋਏ। ਅਤੇ ਮੁੜ ਕੇ ਕੋਈ ਆਹ ਜਿਹੜਾ ਸਿਸਟਮ ਹੁਣ ਤੁਸੀਂ ਸੁਣਦੇ ਹੋ ਕਿਤੇ ਵੀ ਫਲਾਣਾ ਸੇ ਜੋਗੀ ਬਣ ਗਿਆ ਹੀ ਤੁਰ ਗਿਆ, ਉਹ ਕੋਈ ਵਿਹਲੜ ਭੰਗੀ ਹੋਵੇ ਤਾਂ ਮਾਫੀ ਚਾਹਾਂਗਾ ਕੋਈ ਬਣ ਜੇ। ਇਹ ਗੁਰੂ ਨਾਨਕ ਸਾਹਿਬ ਦੀ ਦੇਣ ਸੀ। ਲੋਕ ਜਿਹੜੇ ਨਸ਼ਿਆਂ ਦੇ ਮਗਰ ਸੀ, ਨਸ਼ੇੜਿਆਂ ਦੇ ਮਗਰ, ਉਹ ਸਭ ਉਹਨਾਂ ਭੰਗੀਆਂ ਨੂੰ ਕਿਹਾ ਸੀ। ਉਹ ਕਹਿੰਦੇ ਬਾਬਾ ਇੱਥੇ ਬੈਠ ਕੇ ਇਸ ਦਾ ਸ਼ਰਾਬ ਪੀਦੇ ਆਰਾਮ ਨਾਲ ਆਨੰਦ। ਬਾਬਾ ਕਹਿੰਦਾ ਕਾਹਦੀ ਸ਼ਰਾਬ ਆ? ਬਾਬਾ ਮਨ ਮੱਤ ਮਾਰੋ, ਨਾਮ ਰਸ ਪੀਵੇ। ਇਹ ਨਾਮ ਦਾ ਰਸ ਪੀਏ ਤਾਂ ਸਵੇਰੇ ਫੇਰ ਉਤਰ ਜਾਂਦੀ ਹੈ ਸ਼ਰਾਬ ਜਿਹੜੀ ਤੂੰ ਪੈਣਾ। ਜੇ ਪੀਣੀ ਆ ਗੁੜ ਕਰ ਗਿਆਨ ਧਿਆਨ ਕਰ ਧਾਵੇ, ਕਰ ਕਰਨੀ ਕਸ ਪਾਈਏ। ਇਹ ਇਸ ਤਰ੍ਹਾਂ ਦੀ ਕਰ, ਤੇਰੀ ਕਰਨੀ ਚੰਗੀ ਹੋਵੇ। ਗੁੜ ਕਰ ਗਿਆਨ, ਗਿਆਨ ਦਾ ਗੁੜ ਪਾ, ਤੇਰੇ ਅੰਦਰ ਗਿਆਨ ਆਵੇ। ਆਹ ਗੁੜ ਚਾਹੀਦਾ ਸੀ। ਇਹ ਮੈਸੇਜ ਸੁਨੇਹਾ ਦਿੱਤਾ ਉਹਨਾਂ ਨੇ, ਤੇ ਦੁਨੀਆ ਉੱਤਰ ਕੇ ਥੱਲੇ ਆ ਗਈ, ਨਸ਼ੇ ਛੱਡ ਦਿੱਤੇ ਸੀਗੇ। ਇਹ ਤਾਂ ਨਸ਼ਿਆਂ ਦਾ ਚਾਹੇ ਪਸਾਰ ਕਰ। ਮੈਂ ਫਿਰ ਬੇਨਤੀ ਕਰਦਾ, ਜਿਹੜੀ ਇਸਤਰੀ ਦਾ ਜਿਹੜੀ ਦੁਰਗਤੀ ਸੀ ਨਾ, ਬਾਬੇ ਨਾਨਕ ਦੇ ਘਰ ਦੇ ਵਿੱਚ ਪਹਿਲਾਂ ਭੈਣ ਨਾਨਕੀ ਆਈ, ਭੈਣ ਨਾਨਕੀ। ਤੇ ਜਦੋਂ ਭੈਣ ਨਾਨਕੀ ਇੱਥੇ ਆਉਂਦੀ ਹੈ ਨਾ, ਤੁਹਾਨੂੰ ਪਤਾ ਵੀ ਜਿਹਦਾ ਘਰ ਪਹਿਲਾਂ ਆਉਂਦੀ ਆ ਵੀ ਬੇਟੀ ਆ ਜਾਏ, ਤੇ ਅਗਲਾ ਕਹਿੰਦਾ ਲੋ ਜੀ ਬੜਾ ਚਲੋ ਠੀਕ ਹੈ, ਐਵੇਂ ਜੇ ਨਾ ਠੀਕ ਹੈ ਜੇ ਕਹਿੰਦੇ ਨੇ। ਫਿਰ ਬਾਹਲੇ ਸਿਆਣੇ, ਮੈਂ ਮਾਫੀ ਚਾਹਾਂਗਾ ਮਤਾਵਾਂ ਕਈ ਵਾਰੀ ਐਵੇਂ ਕਹਿੰਦੇ ਸੁਣੀਆਂ ਨੇ ਵੀ ਚੋਇਲ ਕੋਈ ਨਾ, ਜੇ ਹਨੇਰੀ ਆਈਏ ਫਿਰ ਮੀਂਹ ਵੀ ਆ ਜਾਏਗਾ। ਮਤਲਬ ਦੈਟਸ ਉਹ ਸਪੈਸ਼ਲ ਮੰਨਦੇ ਨੇ। ਗੁਰੂ ਨਾਨਕ ਕਹਿੰਦੇ ਨਹੀਂ ਨਹੀਂ, ਤੁਸੀਂ ਬਿਲਕੁਲ ਗਲਤ ਹੋ। ਕਿਉਂ ਹਨੇਰੀ ਕਿਹਾ ਜਾਂਦਾ ਹੈ? ਇਸਤਰੀ ਜਾਤੀ ਦਾ ਕਿੱਥੇ ਸਮਾਜ ਨੇ, ਸਾਡੇ ਜਿਹੜੇ ਸਿਸਟਮ ਸੀ ਜਿਹੜਾ ਦੈਟ ਟਾਈਮ ਗੁਰੂ ਸਾਹਿਬ ਵੇਲੇ, ਉਹ ਤਾਂ ਇਸਤਰੀ ਨੂੰ ਕਹਿੰਦੇ ਸੀ ਤਾਂ ਬਗਿਆੜੀ ਹੈ। ਜਿਹੜੇ ਜੋਗੀ ਬਗਿਆੜੀ ਕਹਿੰਦੇ ਸੀ, ਉਹਨਾਂ ਨੂੰ ਕਿਹਾ ਚਲੋ ਚਰਖਿਆਂ ਕੋਲ ਚੱਲੋ ਘਰੇ। ਜਿਹੜੇ ਕਹਿੰਦੇ ਸੀ ਇਸਤਰੀ ਪੈਰ ਦੀ ਜੁੱਤੀ ਆ, ਬਾਬਾ ਜੀ ਕਹਿੰਦੇ ਤੁਸੀਂ ਇਹਨਾਂ ਨੂੰ ਇਸਤਰੀ ਨੂੰ ਪੈਰ ਦੀ ਜੁੱਤੀ ਕਹਿੰਦੇ। ਸੋ ਕਿਉ ਮੰਦਾ ਆਖੀ ਹੈ ਜਿੱਤ ਜੰਮੈ ਰਾਜਾ, ਤੁਸੀਂ ਇਹਨੂੰ ਮਾੜਾ ਕਹਿੰਦੇ ਹੋ। ਗੁਰੂ ਪਾਤਸ਼ਾਹ ਨੇ ਕਿੰਨੀ ਰਿਸਪੈਕਟ ਕੀਤੀ। ਧਿਆਨ ਦਿਓ, ਫਿਰ ਮੈਂ ਬੇਨਤੀ ਕਰਦਾ, ਭੈਣ ਨਾਨਕੀ ਹੈ। ਤੁਹਾਨੂੰ ਪਤਾ ਹੋਵੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਰਿਸ਼ਤਾ ਹੈ ਨਾ, ਉਹ ਭੈਣ ਨਾਨਕੀ ਤੇ ਬਾਬਾ ਭਾਈ ਜੈ ਰਾਮ ਜੀ ਨੇ ਲੱਭਿਆ ਸੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਨਾ, ਭੈਣ ਕਹਿਣ ਲੱਗੀ, ਭਾਈਆ ਜੀ ਦੋਈ ਆਏ, ਕਿਉਂਕਿ ਰਹਿੰਦੇ ਉੱਥੇ ਸੀ ਨਾ ਸੁਲਤਾਨਪੁਰ ਲੋਧੀ ਭੈਣ ਕੋਲੇ। ਤੇ ਜਦੋਂ ਉੱਥੇ ਰਹਿੰਦੇ ਸੀ, ਕਹਿਣ ਲੱਗੇ ਬਾਬੇ ਨਾਨਕ ਨੂੰ ਵੀ ਨਾਨਕ ਤੇਰੇ ਵਾਸਤੇ ਅਸੀਂ ਰਿਸ਼ਤਾ ਲੱਭਿਆ। ਕਹਿੰਦੇ ਭੈਣ ਜੀ ਬਹੁਤ ਹੱਥ ਜੋੜ ਕੇ ਕਹਿੰਦੇ ਤੁਹਾਡਾ ਬੜਾ, ਤੁਸੀਂ ਵੱਡੇ ਹੋ, ਸਤਿਕਾਰਯੋਗ ਹੋ, ਪਰ ਇਹ ਹੱਕ ਮੇਰੇ ਮਾਤਾ ਪਿਤਾ ਨੂੰ। ਹਾਂ ਤੁਸੀਂ ਲੱਭਿਆ, ਬਿਲਕੁਲ ਠੀਕ ਕੀਤਾ। ਤੁਸੀਂ ਜਾਓ ਕਿੱਥੇ? ਨਨਕਾਣਾ ਸਾਹਿਬ ਜਾਓ। ਹੁਣ ਨਨਕਾਣਾ ਸਾਹਿਬ, ਉਦੋਂ ਤਲਵੰਡੀ ਵੀ, ਤਲਵੰਡੀ ਜਾਓ, ਬਾਪੂ ਨਾਲ ਗੱਲ ਕਰੋ, ਬੇਬੇ ਨਾਲ ਗੱਲ ਕਰੋ। ਜੇ ਉਹ ਕਹਿਣਗੇ ਮੈਂ ਰਾਜ਼ੀ ਹਾਂ, ਮੇਰੀ ਮਾਂ ਦਾ ਅਧਿਕਾਰ ਹੈ ਇਹ। ਭੈਣ ਠੀਕ ਹੈ, ਤੂੰ ਵੀ ਸਤਿਕਾਰਯੋਗ ਆ, ਤੁਸੀਂ ਲੱਭਿਆ ਏ, ਪਰ ਮੈਂ ਤੁਹਾਡੀ ਸਹਿਮਤੀ ਤੋਂ ਬਿਨਾਂ ਹੀ ਮੈਂ ਕਹਿ ਦਾਂ ਵੀ ਤੁਸੀਂ ਕਿਹਾ ਵਾ ਹਾਂ ਠੀਕ ਆ ਓਕੇ ਆ, ਐਵੇਂ ਨਹੀਂ। ਹੁਣ ਤਾਂ ਐਵੇਂ ਕਹਿ ਦਿੰਦੇ ਨੇ ਨਾ ਵੀ ਜੇ ਤਾਂ ਤੁਸੀਂ ਮੰਨਣਾ ਤਾਂ ਠੀਕ ਆ, ਬਾਪੇ ਬੇਬੇ ਬਾਪੂ ਨੇ ਹੀ ਕਹਿੰਦੇ ਨੇ, ਨਹੀਂ ਫਿਰ ਕੋਰਟ 'ਚ ਤਾਂ ਅਸੀਂ ਆਪੇ ਕਰਾ ਲਾਂਗੇ। ਐਵੇਂ ਹੀ ਆ ਨਾ, ਤੇ ਹੁੰਦੇ ਵੀ ਨੇ। ਇਹ ਕੀ ਆ? ਇਹ ਹੈ ਜਿੱਥੇ ਗੁਰੂ ਦੀ ਥਾਟ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾ ਭਾਈ ਮੈਂ ਨਹੀਂ ਜਾ ਸਕਦਾ, ਤੁਸੀਂ ਜਾਓ ਗੱਲ ਕਰੋ, ਮੈਂ ਤੁਹਾਡੇ ਦੀ ਕਹਿਣੇ 'ਤੇ ਫੁੱਲ ਚੜਾਵਾਂਗਾ, ਪਰ ਮਾਤਾ ਪਿਤਾ ਦੀ ਆਗਿਆ ਤੋਂ ਬਿਨਾਂ ਨਹੀਂ ਹੋਣਾ। ਤਾਂ ਘਰ ਦੇ ਵਿੱਚ ਫਿਰ ਮੈਂ ਬੇਨਤੀ ਕਰਦਾ, ਗੁਰੂ ਨਾਨਕ ਸਾਹਿਬ ਜੀ ਇੰਨਾ ਸਤਿਕਾਰ ਕੀਤੇ, ਮਾਤਾ ਤ੍ਰਿਪਤਾ ਦਾ ਸਤਿਕਾਰ।
माता सुलखणी का सत्कार है। जिथे भी उन्होंने गल की किसी टॉपिक पर की, महाराज ने उन्होंने नाल सहमति ली, सहमति पुछते सीगे। गुरता गद्दी मैं कई बार जिक्र किया, समा नहीं है मैं क्योंकि सारे इतिहास की गल करते। उन्होंने कहा ना महाराज तुसी तो अपने सेवक नूं गद्दी दे दी। बेबे माता सुलखणी जी कहंदे भाई सतगुरु नानक पातशाह नूं कहण लगे भी तुसी तो गद्दी जिहड़ी है अपने सेवक नूं देती। कहंदे हाँ ये लायक नहीं, माफ़ी चाहांगे, लायक का शब्द मैं वरत रहा भी। उन्हों का कहने का मतलब इन्हां कोल योग्यता नहीं हैगी गद्दी खाने। इन्हां कोल की योग्यता? कहंदे योग्यता है। की योग्यता है? गुरु नानक साहब महाराज कहंदे देख लो हुणी आवाज़ मारी बाबा श्री चंद जी नूं ते श्री चंद जी आ गए ते हत्थ दे उत्ते एक महाराज जी ने टका रखिया। टका ते टका हत्थ ते रखिया ना जदों ते पुछदे ने बाबा श्री चंद नूं महाराज भी भाई पुत्रा की रखिया हत्थ ते बाबा श्री चंद जी कहंदे भी पिता जी ये किहड़ी वड्डी गल है, टका ही रखिया होया हत्थ। ठीक है भाई बाबा श्री चंद जी ने बुलाया, बाबा श्री चंद जी ने कहा तो कहते पिता जी जिहड़ी गल बड़े भरा ने आखी दुरुस्त है, इस कोई फर्क तो है नहीं कोई, ये भी तो टका ही है। तो कोले माता सुलखणी जी खड़े ने तो महाराज ने ये नहीं कहा भी देख। फिर हजे वो कहते चंगा होना है करो, बुलाओ बाबा लैणा जी ने। लैणिया तू आ भाई। हुण बाबा श्री चंद जी कहते हुण ये दसू साडे तो वध दसू, ये असीं दस तां दित्ता हुण। फिर एवें हत्थ कर लिया, कहते लैणिया की आ साडे हत्थ ते, दसना ही सीगा। ते बाबा लैणा जी कहते सतगुरु जी तुहाडे हत्थ ते दुनिया दीयां बरकतां पईयां ने, तुहाडे हत्थ ते सारे संसार दी रिज़क पिया है, तुहाडे हत्थ ते सारा संसार दा भोजन पिया है। ते कहण लगे सतगुरु गुरु नानक पातशाह कहते सुलखणीए आह फर्क है इन्हां च। कहंदी फिर ये रोटी किवें खाणगे? कहंदे इन्हें रोटी दा फिक्र ना कर, क्यों करतारपुर इन्हां कोल ही रहना। फिर बस ये तो करतार लैके चले ने, करतारपुर थोड़ी, ये तो जमीन जो सब कुछ यही खाणगे, ये कितों भुखे मरनगे। इन्होंने तो करतारपुर रखना। जा लैणिया हुण तू ना इत्थे रही, हुण कित्थे जा खंडूर साहब चला जा। खंडूर साहब आउंदे ने माता खीवी, जदकि जेडे माता बीबी अमरो जी आ वो पहला बीबी अमरो जी बाबा दातू ते दासू ये पहला जड़ा परिवार गुरु अंगद पातशाह का पहला परिवार है। फिर जाके गुरु नानक साहब नूं मिलते हैं, फिर मिले ने, फिर सारी जेडे बाकी कार विहार सब किए ने। खैर हुण माता खीवी दे अज भी तुसीं बाणी च भी पढ़दे हो, घ्यो पा पा के प्यो आ संगतां नूं छका रहे हैं, किन्नी सेवा की है। ये रोल अदा कर रहे। मैं कह रहा भी अज वोमेन डे के उपर की सिखाउंदा सानू गुरु घर। जिस घरां दे विच बीबियां खुद गुरु के शब्द की गल करदियां ने उन्हां दे बच्चे भी करनगे। जिन्हां घरां दी बीबियां खुद सेवा की गल करदियां ने उन्हां दी औलाद भी सेवा की गल करेगी। तो जेडे बीबे माफ़ी चाहांगा खुद मोबाइल ते रहेंगे, बच्चे भी लगे रहंदे ने। एक सिस्टम है, क्योंकि घर की सवाणी का बहुत वड्डा रोल होंदा बच्चे दे, बच्चों के हत्थ ते। फिर बीबी जड़ी है खीवी तो बाद तुसीं देखदे हो बीबी भानी का क्या रोल अदा करते हैं। गुरु पिता की भी सेवा की ते गुरु रामदास की भी सेवा की ते माता गंगा का कोई देन ही नहीं दे सकता, एडा रोल है। माता नानकी ते फिर असीं अगे देखते हैं सारा जीवन जिहड़ा माता गुजरी जी है, ये की है सारा क्या रोल अदा कर रही ने। 9 साल की उम्र है, बच्चा घरे 9 साल का होवे ना तो तुसीं देखो भी होया भी 30 साल बाद होवे। हिस्ट्री है। गुरु तेग बहादुर पातशाह जी का 34 दे विच जाके जिहड़ी है मैरिज हुंदी है ते 66 दे विच 1666 दे विच जाके गुरु गोबिंद सिंह जी का आगमन होंदा है। ते 9 साल का बच्चा होवे ते पिता कहे भी शहीद होण चले, ते माँ कह नहीं दिंदी तुसीं कित्थे चले हो, कौन सांभूगा। माता गुजरी कोले आए गुरु तेग बहादुर पातशाह, पुछ रहे ने भी तू कल फिर इतराज करे। कहते साईं जी मैं अपने अखीं अपने हत्थीं, क्योंकि गुरु अर्जन पातशाह जी की लगते पे ने दादा जी ने गुरु तेग बहादुर जी दे।
ਦਾਦੇ ਸਹੁਰੇ ਦੀ ਕਹਾਣੀ ਸੁਣੀ ਹੈ ਸਾਰੀ। ਉਹ ਤਾਂ ਤੁਸੀਂ ਦੱਸ ਗਏ ਸੀ, ਮੈਨੂੰ ਇਹ ਵੀ ਜਾਚ ਸਿਖਾ ਜੋ ਜਾਣ ਲੱਗੇ। ਇਹ ਜੀਵਨ ਜਾਚ ਸੀ ਸਾਰੀ। ਫਿਰ ਮਾਤਾ ਗੁਜਰੀ ਨੂੰ ਕਿਹਾ ਵੀ ਬਹੁਤ ਵੱਡੇ ਇਮਤਿਹਾਨ, ਕੱਲਾ ਦਾਦਾ ਬਣ ਕੇ ਨਹੀਂ, ਦਾਦਾ ਵੀ ਗਿਆ ਤੇ ਦਾਦੀ ਬਣ ਕੇ ਵੀ ਤੋਰਨੇ ਵੀ। ਇਹ ਕੀ ਹੈ? ਸਾਰੇ ਦਾ ਸਾਰਾ ਇਹ ਹੈ ਰੋਲ ਅਦਾ ਹੋ ਰਿਹਾ। ਕਿਹਦਾ? ਬੀਬੀ ਦਾ। ਗੁਰੂ ਨਾਨਕ ਸਾਹਿਬ ਦੀ ਬਾਣੀ ਇਸ ਕਰਕੇ ਕਹਿੰਦੀ ਹੈ, ਇਹ ਈਗੋ ਦੀਆਂ ਗੱਲਾਂ ਨਹੀਂ ਹੈ। ਭਾਵੇਂ ਅਸੀਂ ਅੱਗੇ ਤੱਕ ਜਾ ਕੇ ਦੇਖੀਏ, ਸਭ ਦਾ ਰੋਲ ਹੈ, ਆਪੋ ਆਪਣਾ ਰੋਲ ਅਦਾ ਕੀਤਾ ਗਿਆ, ਅੱਜ ਵੀ ਹੋ ਰਿਹਾ ਗਾ। ਤੇ ਪਰ ਗੁਰੂ ਮਹਾਰਾਜ ਕਹਿੰਦੇ ਇਹ ਕੀ ਹੈ? ਇਹ ਨਾਮ ਸੰਧਾਤ ਹੈ, ਜੀਵਨ ਜਾਚ। ਜਿਨ੍ਹਾਂ ਪਰਿਵਾਰਾਂ ਦੇ ਵਿੱਚ ਔਰਤ ਨੂੰ ਇਵੇਂ ਸਮਝਿਆ ਗਿਆ, ਉਸ ਔਰਤ ਨੂੰ ਮਹਾਰਾਜ ਨੇ ਕਿੱਥੇ ਜਾ ਕੇ ਕਿੱਡਾ ਵੱਡਾ ਜਿਹੜਾ ਇਸ ਚੀਜ਼ 'ਤੇ ਲੈ ਕੇ ਆਂਦਾ। ਕਿਉਂ? ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਮੰਦਾ ਨਾ ਆਖੋ, ਸੋ ਕਿਉਂ ਮੰਦਾ ਆਖੀਏ, ਜਿੱਤ ਜੰਮੈ ਰਾਜਾਨ। ਇਹ ਰੋਲ ਹੈ, ਸਭ ਤੋਂ ਵੱਡਾ ਰੋਲ ਹੁੰਦਾ ਹੈ ਘਰ ਦੇ ਵਿੱਚ। ਤੇ ਗੁਰੂ ਮਹਾਰਾਜ ਕਹਿੰਦੇ ਏਕ ਨਾਮ ਬਿਨ ਕਹਿ ਲਓ ਸਿੱਧਿਆ। ਇਹ ਭਾਈ ਗੁਰੂ ਦੇ ਸਿਧਾਂਤ ਤੋਂ ਬਿਨਾਂ ਕੋਈ ਗੱਲ ਸਿੱਧੀ ਨਹੀਂ ਹੋ ਸਕਦੀ। ਯਾਹੂ ਯਤਨ ਕਰ ਹੋਤ ਛੁਟਾਰਾ, ਉਹਾਂ ਯਤਨ ਸਾਧ ਸੰਗਾਰਾ। ਸਾਧ ਸੰਗਤ ਦੇ ਵਿੱਚ ਆ ਕੇ ਗੁਰੂ ਪਾਤਸ਼ਾਹ ਕਹਿੰਦੇ ਉਹੀ ਯਤਨ ਹੈ ਇੱਕ ਜਿਹਦੇ ਨਾਲ ਤੇਰਾ ਛੁਟਾਰਾ ਹੋ ਸਕਦਾ, ਛੁਟਕਾਰਾ ਹੋ ਸਕਦਾ। ਉਹ ਕੀ ਹੈ? ਗੁਰੂ ਦਾ ਉਪਦੇਸ਼ ਹੈ, ਗੁਰੂ ਦਾ ਸੰਦੇਸ਼ ਹੈ, ਗੁਰੂ ਦੀ ਸਿੱਖਿਆ ਹੈ। ਜਾਂ ਉਬਰਨ ਧਾਰੇ ਸਭ ਕੋ, ਵਾਹ ਜਪੇ ਬਿਨ ਉਬਰ ਨਾ ਹੋ। ਬਾਕੀ ਤਾਂ ਲੋਕ ਉਬਰਨ ਵਾਸਤੇ ਹੁੰਦੇ, ਉੱਠੇ ਉੱਪਰ ਉੱਚੇ ਹੋਣ ਵਾਸਤੇ। ਅਸੀਂ ਬੜੇ ਉੱਚੇ ਹੋ ਜਾਈਏ, ਪਰ ਉੱਚੇ ਪੈਸੇ ਕਰਕੇ ਬੰਦਾ ਉੱਚਾ ਹੋ ਸਕਦਾ ਹੈ, ਸ਼ੌਹਰਤ ਕਰਕੇ ਹੋ ਸਕਦਾ ਹੈ, ਰੁਤਬੇ ਕਰਕੇ ਹੋ ਸਕਦਾ ਹੈ, ਪਰ ਸੁਰਤ ਕਰਕੇ ਉੱਚਾ ਤਾਂ ਗੁਰੂ ਕੋਲੇ ਹੋਇਆ ਜਾਂਦਾ ਹੈ, ਜਿਹਦੀ ਸੁਰਤ ਉੱਚੀ ਹੋ ਜੇ। ਦੇਖੋ ਨਾ ਹੁਣ ਤੁਸੀਂ ਵਰਲਡ ਦੀ ਜਿਹੜੇ ਆਪਾਂ ਗੱਲ ਕਰ ਰਹੇ ਸੀਗੇ, ਕਿੱਡੇ ਕਿੱਡੇ ਉੱਚੇ ਅਹੁਦੇ 'ਤੇ ਬੈਠੇ ਨੇ। ਵਰਲਡ ਆਰਗੇਨਾਈਜੇਸ਼ਨ ਦੇ ਜਿਹੜੇ ਮੈਂਬਰ ਨੇ, ਸਭ ਦੇ ਹੱਥ 'ਚ ਪਾਵਰ ਹੀ ਨੇ। ਜਿਹੜਾ ਇੱਕ ਦੇਸ਼ ਦਾ ਰਾਸ਼ਟਰਪਤੀ ਹੈ ਪੂਰੇ ਦਾ ਪੂਰਾ। ਤੇ ਹੁਣ ਕੀ ਹੋ ਰਿਹਾ? ਸਾਰੇ ਇਹ ਚੀਜ਼ ਹੈ, ਇਹ ਸਾਰੀ ਕਿਸੇ ਈਗੋ 'ਚ ਖੜੀ ਹੈ। ਗੁਰੂ ਦਾ ਸਿਧਾਂਤ, ਗੁਰੂ ਪਾਤਸ਼ਾਹ ਕਹਿੰਦੇ ਇਹ ਰੱਬੀ ਸਿਧਾਂਤ ਨਹੀਂ ਹੈਗਾ, ਰੱਬੀ ਨਿਯਮ ਨਹੀਂ ਹੈਗਾ। ਤਾਂ ਉਹ ਆਹ ਜਪੇ ਬਿਨ ਉਭਰ ਨਾ ਹੋ। ਜਦ ਤੱਕ ਰੱਬ ਦੇ ਗੱਲ ਦੇ ਨਹੀਂ ਜਾਵਾਂਗੇ, ਇਹ ਉਭਾਰ ਹੋ ਹੀ ਨਹੀਂ ਸਕਦੇ। ਕਹਿੰਦੇ ਅਸੀਂ ਉੱਭਰ ਆ, ਪਰ ਬਾਹਰ ਆ ਨਹੀਂ ਸਕਦੇ। ਯਾਹੂ ਤਰਨ ਤਾਰਨ ਸਮਰਾਥਾ, ਰੱਖ ਲਿਓ ਨਿਰਗੁਣ ਨਰ ਨਾਥਾ। ਹੇ ਵਾਹਿਗੁਰੂ ਜੀ, ਰੱਖ ਲਿਓ ਸਾਨੂੰ, ਅਸੀਂ ਨਿਰਗੁਣ ਹਾਰਿਆਂ ਨੂੰ। ਯਾਹੂ ਤਰਨ ਤਾਰਨ ਸਮਰਾਥਾ, ਇੱਕ ਤੂੰ ਹੀ ਆ ਜਿਹੜਾ ਇਸ ਭਾਵ ਸਾਗਰ ਤੋਂ, ਸੰਸਾਰ ਨੂੰ, ਵਿਕਾਰਾਂ ਤੋਂ ਤਾਰ ਸਕਦਾ ਹੈ। ਲਾਸਟ ਪੰਕਤੀਆਂ ਵਿੱਚ ਕਹਿੰਦੇ ਮਨ ਬਚ ਕਰਮ ਜਹ ਆਪ ਜਨਾਈ। ਮਨ ਕਰਕੇ, ਬਚਨ ਕਰਕੇ, ਕਰਮ ਕਰਕੇ, ਤਿੰਨ ਧਾਰਨਾ ਕਰਕੇ ਅਸੀਂ ਵਿਚਰਦੇ ਹਾਂ। ਮਨ ਵਿੱਚ ਕੀ ਚੱਲ ਰਿਹਾ, ਇਹ ਵੀ ਆਪਣਾ ਰੋਲ ਅਦਾ ਕਰ ਸਕਦੇ ਹਾਂ। ਅਸੀਂ ਮਨ ਵਿੱਚ ਜੋ ਮਰਜ਼ੀ ਕਿਸੇ ਨੂੰ ਕਹਿ ਲਓ। ਬਚਨ, ਪਰ ਜਿਹੜੀ ਗੱਲ ਮਨ 'ਚ ਹੈ ਜਦੋਂ ਜ਼ੁਬਾਨ 'ਤੇ ਆ ਕੇ ਬੋਲੀ ਗਈ, ਉਹ ਬਚਨ 'ਚ ਆ ਜਾਣੀ ਹੈ, ਕਹਿਣ ਵਿੱਚ ਆਏਗਾ। ਅਤੇ ਤੀਸਰਾ ਹੈ ਕਰਮ। ਕਰਮ ਹੈ ਵੀ ਉਹਦੇ 'ਤੇ ਪ੍ਰੈਕਟੀਕਲ ਹੋ ਜਾਂਦਾ, ਉਹ 'ਤੇ ਐਕਸ਼ਨ ਹੋ ਗਿਆ ਜਿਹੜੀ ਚੀਜ਼ 'ਤੇ, ਉਹ ਹੁੰਦਾ ਕਰਮ ਕਰਕੇ। ਤਿੰਨਾਂ ਕਰਕੇ ਜਿਹੜਾ ਕਿਤੇ ਨਾ ਕਿਤੇ ਬੰਦਾ ਰੋਲ ਆਪਦਾ ਕਰਦਾ। ਮਨ ਵਿੱਚ ਕਰਮ ਜਿਹੇ ਆਪ ਜਣਾਈ, ਆਪਣੇ ਆਪੇ ਨੂੰ ਜਣਾਉਂਦਾ ਹੈ, ਆਪਣੇ ਆਪੇ ਦੀ ਗੱਲ ਕਰਦਾ ਹੈ। ਮਹਾਰਾਜ ਕਹਿੰਦੇ ਪਰ ਜੇ ਇਹ ਗੁਰੂ ਦੀ ਗੱਲ ਸਮਝੇ, ਆਪਣੇ ਆਪੇ ਨੂੰ ਨਹੀਂ, ਨਾਨਕ ਤੇ ਮਤ ਪ੍ਰਗਟੀ ਆਈ। ਉਹਨਾਂ ਦੇ ਅੱਗੇ ਗੁਰੂ ਦੀ ਮਤ ਪ੍ਰਗਟ ਹੋ ਜਾਂਦੀ, ਉੱਥੇ ਗੁਰੂ ਦੀ ਗੱਲ ਪ੍ਰਗਟ ਹੁੰਦੀ। ਜਿਹੜੇ ਆਪਣੇ ਆਪੇ ਨੂੰ ਪਰੇ ਰੱਖ ਕੇ, ਮਨ ਕਰਕੇ, ਬਚਨ ਕਰਕੇ, ਕਰਮ ਕਰਕੇ। ਧਿਆਨ ਦਿਓ ਇਹਨਾਂ 'ਤੇ, ਤਿੰਨ ਚੀਜ਼ਾਂ ਨੇ। ਜਿਹੜੇ ਬੰਦੇ ਦੇ ਮਨ 'ਚ ਕੁਝ ਹੋਰ ਹੈ, ਬਚਨਾਂ 'ਚ ਕੁਝ ਹੋਰ ਹੈ, ਉਹ ਵੀ ਪਾਸ ਨਹੀਂ ਗੁਰੂ ਕੋਲੇ। ਜਿਹੜਾ ਕਰਦਾ ਕੁਝ ਹੋਰ ਹੈ, ਕਹਿੰਦਾ ਕੁਝ ਹੋਰ ਹੈ, ਉਹ ਵੀ ਪਾਸ ਨਹੀਂ ਹੈਗਾ। ਗੁਰੂ ਕਹਿੰਦਾ ਉਹ ਹੈ ਵੀ ਮਨ ਵਿੱਚ ਜਿਹੜਾ ਕੁਝ ਤੇਰੇ ਹੈ, ਉਹੀ ਤੇਰੀ ਜ਼ੁਬਾਨ 'ਤੇ ਹੋਵੇ, ਉਹੀ ਤੂੰ ਕਰਮਾਂ 'ਚ ਕਰੇ। ਕਹਿਣੀ, ਕਥਨੀ, ਕਰਨੀ ਇੱਕ ਹੋਣ। ਫਿਰ ਕਹਿਣ ਦੀ ਗੱਲ ਨਹੀਂ, ਦੂਜੇ ਦਾ ਭਲਾ ਕਰਨ ਵਿੱਚ ਭਲਾ ਹੈ। ਸਭ ਜ਼ੁਬਾਨ ਦੇ ਵਿੱਚ ਅੰਦਰੋਂ ਸਿਰਫ ਸੋਚਣਾ ਹੀ ਨਹੀਂ, ਬਾਹਰੋਂ ਕਰੀ ਜਾਂਦੇ, ਅੰਦਰ ਨਹੀਂ ਸੋਚ ਰਹੇ। ਫਿਰ ਬਾਬਾ ਜੀ ਕਹਿੰਦੇ ਨਹੀਂ, ਭਾਈ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਅਤੇ ਜਿਦ ਦਿਲੋਂ ਮੁਹੱਬਤ ਜਿਨ ਸਹੀ ਸੱਚੇ। ਸੱਚੇ ਉਹ ਨੇ ਜਿਨ੍ਹਾਂ ਕੋਲ ਗੁਰੂ ਦੀ ਬੰਦਗੀ ਹੈ, ਜਿਨ੍ਹਾਂ ਕੋਲ ਗੁਰੂ ਦਾ ਸਿਧਾਂਤ ਹੈ, ਜਿਹੜੇ ਗੁਰੂ ਦੇ ਉਪਦੇਸ਼ 'ਤੇ ਤੁਰਦੇ ਨੇ। ਸਾਹਿਬ ਮਹਾਰਾਜ ਕਹਿੰਦੇ ਫਿਰ ਉਹ ਪਰਪੱਕ ਨੇ, ਉਹ ਸਫਲ ਨੇ। ਯਾਰ ਮੀਤ ਸੁਣ ਸਾਜਣੋ, ਬਿਨ ਹਰ ਛੂਟਣ ਨਾਹੇ, ਬਿਨ ਹਰ ਛੂਟਣ ਨਾਹੇ, ਬਿਨ ਹਰ ਬਿਨ ਹਰ ਛੂਟਣ ਨਾਹੀ।